ਅੱਜ ਦਾ ਵਿਸ਼ਾ ਹੈ ਜੋ ਪਿਛਲੇ ਦਿਨਾਂ ਦੇ ਅੰਦਰ ਆਪ ਸਭ ਨੂੰ ਯਾਦ ਹੋਏ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਜੋ ਦਿੱਲੀ ਦੇ ਅੰਦਰ ਮਨਜੀਤ ਸਿੰਘ ਜੀਕੇ ਵੱਲੋਂ ਔਰ ਉਸ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਵੱਲੋਂ ਹਸਪੀਟਲ ਵੇਚਣ ਦਾ ਕੰਮ ਕੀਤਾ ਗਿਆ, ਜਿਸ ਤਰੀਕੇ ਰਕਾਬਗੰਜ ਸਾਹਿਬ ਦੀ ਮਿੱਟੀ ਵੇਚੀ ਗਈ, ਆਪਣੇ ਪਰਿਵਾਰ ਦੇ ਨਾਮ ਦੇ ਉੱਤੇ ਪਰਮਜੀਤ ਸਿੰਘ ਸਰਨਾ ਨੇ ਇੱਕ ਟਰਸਟ ਬਣਾ ਕੇ ਗੁਰਦੁਆਰਾ ਨਾਮ ਕਰਾਉਣ ਦੀ ਕੋਸ਼ਿਸ਼ ਕੀਤੀ, ਹਸਪੀਟਲ ਨਾਮ ਕਰਾਉਣ ਦੀ ਮਾਫੀ ਚਾਹੁੰਦਾ ਹਸਪੀਟਲ ਨਾਮ ਕਰਾਉਣ ਦੀ ਕੋਸ਼ਿਸ਼ ਕੀਤੀ, ਜੋ ਕੁਲਦੀਪ ਸਿੰਘ ਭੋਗਲ ਸਾਹਿਬ ਨੇ ਉਹ ਕੇਸ ਜਿੱਤ ਕੇ ਉਹ ਟਰਸਟ ਨੂੰ ਕੈਂਸਲ ਕਰਾਇਆ। ਕੋਰਟ ਨੇ ਵੀ ਇਹ ਮੰਨਿਆ ਕਿ ਜੋ ਇਹਨਾਂ ਨੇ ਟਰਸਟ ਬਣਾਇਆ ਇਹ ਫਰਾਡ ਆ, ਇਹਨਾਂ ਨੇ ਆਪਣੇ ਪਰਿਵਾਰਾਂ ਦੇ ਨਾਮ ਗੁਰਦੁਆਰੇ ਜਾਇਦਾਦ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਸ ਦੀ ਨਿੰਦਾ ਕਰਦੇ ਹੋਏ, ਔਰ ਆਪ ਸਭ ਨੂੰ ਇਹ ਜਾਣਕਾਰੀ ਕਿ 14 ਕਰੋੜ ਰੁਪਇਆ, ਮੈਂ ਫਿਰ ਕਲੈਰੀਫਾਈ ਕਰ ਦਿਆਂ, 14 ਕਰੋੜ ਰੁਪਇਆ ਦੇ ਕੇ ਤੇ ਉਹ ਹਸਪੀਟਲ ਅਸੀਂ ਵਾਪਸ ਸੰਗਤ ਕੋਲ ਲੈ ਕੇ ਆਂਦਾ। ਇਸੇ ਦੌਰਾਨ ਜਿਸ ਤਰੀਕੇ ਮਨਜੀਤ ਸਿੰਘ ਜੀਕੇ ਵੱਲੋਂ ਉਸੇ ਲਾਈਨ ਦੇ ਉੱਤੇ ਲੁੱਟ ਸੁੱਟ ਕੀਤੀ ਗਈ ਔਰ ਉਸ ਦੇ ਉੱਤੇ ਕੋਰਟ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਕੋਰਟ ਨੇ ਜਦੋਂ ਮੁਕੱਦਮਾ ਦਰਜ ਕਰਾਇਆ ਔਰ ਫਿਰ ਜਦੋਂ ਇਹ ਕੋਰਟ ਦੇ ਕੋਲ ਐਪਲੀਕੇਸ਼ਨ ਆਈ ਸਾਹਮਣੇ ਔਰ ਸਾਰੇ ਤੱਥ ਆਈਓ ਨੇ ਪੇਸ਼ ਕੀਤੇ ਤੇ ਕੋਰਟ ਵੀ ਇਹ ਕਹਿਣ ਨੂੰ ਮਜਬੂਰ ਹੋਈ ਕਿ ਇਹ ਇਨਸਾਫ ਮਿਲਣਾ ਚਾਹੀਦਾ ਔਰ ਇਹ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਮਨਜੀਤ ਸਿੰਘ ਜੀਕੇ ਨੇ ਔਰ ਜਿਹੜੀ ਲੁੱਟ ਸੁੱਟ ਕੀਤੀ ਆ ਇਹ ਬਹੁਤ ਵੱਡੇ ਪੱਧਰ ਦੀ ਲੁੱਟ ਸੁੱਟ ਆ, ਇਹਦੀ ਵੱਡੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਔਰ ਬਕਾਇਦਾ ਉਸ ਵੇਲੇ ਜੱਜ ਸਾਹਿਬ ਨੇ ਕਮਿਸ਼ਨਰ ਨੂੰ ਕਿਹਾ ਕਿ ਆਪਣੇ ਡੀਸੀਪੀ ਨੂੰ ਤਲਬ ਕੀਤਾ ਇੱਥੇ ਕਿ ਮੇਰੇ ਸਾਹਮਣੇ ਆ ਕੇ ਦੱਸੇ ਕਿ ਹੁਣ ਤੱਕ ਇਹ ਬਾਹਰ ਕਿਵੇਂ ਜੇਲ੍ਹ ਕਿਉਂ ਨਹੀਂ ਭੇਜਿਆ ਗਿਆ। ਪਰ ਹੁਣ ਹੈਰਾਨਗੀ ਦੀ ਗੱਲ, ਜਿਸ ਪਰਪਸ ਤੇ ਅੱਜ ਅਸੀਂ ਤੁਹਾਨੂੰ ਤਕਲੀਫ ਦਿੱਤੀ ਆ, ਇਹ ਦਿੱਲੀ ਦੇ ਇਤਿਹਾਸ ਅੰਦਰ, ਦੇਸ਼ ਦੇ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਕਿ 2 ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਪ੍ਰਧਾਨਾਂ ਦੇ ਫਾਰਮਰ ਪ੍ਰੈਜ਼ੀਡੈਂਟ ਉੱਤੇ ਮੁਕੱਦਮਾ ਦਰਜ ਹੋਇਆ ਔਰ ਦੋਵਾਂ ਤੇ ਕੋਰਟ ਨੇ ਦਰਜ ਕਰਾਇਆ। ਕੋਰਟ ਨੇ ਦੋਵਾਂ ਨੂੰ ਚੋਰ ਦੱਸਿਆ, ਕੋਰਟ ਨੇ ਦੋਵਾਂ ਨੂੰ ਲੁਟੇਰੇ ਦੱਸਿਆ। ਇਹ ਦਿੱਲੀ ਕਮੇਟੀ ਦੇ ਇਤਿਹਾਸ 'ਚ ਹੋਇਆ ਕਿ 2 ਪ੍ਰਧਾਨ ਪਰਮਜੀਤ ਸਿੰਘ ਸਰਨਾ ਔਰ ਮਨਜੀਤ ਸਿੰਘ ਜੀਕੇ ਦੋਵਾਂ ਦੇ ਉੱਤੇ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨਾ, ਗੁਰੂ ਘਰ ਦੀ ਮਾਇਆ ਨੂੰ ਦਾ ਖੁਰਦ-ਬੁਰਦ ਕਰਨਾ ਔਰ ਆਪਣੇ ਪਰਿਵਾਰਾਂ ਦੇ ਨਾਮ, ਪਰਮਜੀਤ ਸਿੰਘ ਸਰਨਾ ਨੇ ਆਪਣੀ ਲੜਕੀ ਦੇ ਨਾਮ ਇਸੇ ਤਰ੍ਹਾਂ ਪੈਸੇ ਟ੍ਰਾਂਸਫਰ ਕੀਤੇ, ਜਿਸ ਤਰੀਕੇ ਮਨਜੀਤ ਸਿੰਘ ਜੀਕੇ ਨੇ ਫਿਰ ਆਪਣੀ ਲੜਕੀ ਦੇ ਨਾਮ ਟ੍ਰਾਂਸਫਰ ਕੀਤੇ। ਦੋਵਾਂ ਨੇ ਹੀ ਆਪਣੇ ਪਰਿਵਾਰ ਦੇ ਨਾਮ ਸਿੱਧੇ ਤੌਰ ਤੇ ਪੈਸੇ ਟ੍ਰਾਂਸਫਰ ਕਰਕੇ ਉਹੀ ਮੋਡਸ ਆਪਰੈਂਡੀ ਪਰਮਜੀਤ ਸਰਨਾ ਦੀ ਸੀ ਔਰ ਉਹੀ ਮਨਜੀਤ ਸਿੰਘ ਜੀਕੇ ਦੀ। ਪਰ ਹੁਣ ਹੈਰਾਨਗੀ ਇਸ ਗੱਲ ਦੀ ਆ, ਦੋਵੇਂ ਇੱਕ ਦੂਜੇ ਨੂੰ ਚੋਰ ਦੱਸਦੇ ਰਹੇ। ਮਨਜੀਤ ਸਿੰਘ ਜੀਕੇ ਲਗਾਤਾਰ ਇਹ ਕਹਿੰਦੇ ਰਹੇ ਕਿ ਪਰਮਜੀਤ ਸਿੰਘ ਸਰਨਾ ਨੇ ਹਸਪੀਟਲ ਵੇਚਿਆ, ਪਾਰਕਿੰਗ ਵੇਚੀ, ਲਗਾਤਾਰ। ਔਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਅਰਵਿੰਦਰ ਸਿੰਘ ਸਰਨਾ ਨਾਲ ਬੈਠ ਕੇ ਲੋਕਾਂ ਨੂੰ ਦੱਸਿਆ ਕਿ ਕਿਸ ਮੋਡਸ ਆਪਰੈਂਡੀ ਨਾਲ ਮਨਜੀਤ ਸਿੰਘ ਜੀਕੇ ਨੇ ਚੋਰੀਆਂ ਕੀਤੀਆਂ। ਪਰ ਹੁਣ ਦੋਵੇਂ ਇਕੱਠੇ ਹੋ ਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੋ ਕਮੇਟੀ ਬਣਾਈ ਸੀ ਔਰ ਜਿਸ ਦੇ ਉੱਤੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਇਹਦੀ ਇਨਕੁਆਇਰੀ ਕਰਾਈ ਜਾਵੇ, ਉਸ ਨੂੰ ਰੋਕਣ ਦਾ ਜੋ ਬਹੁਤ ਹੀ ਇੱਕ ਮੰਦਭਾਗਾ ਕੰਮ ਕੀਤਾ ਮਨਜੀਤ ਸਿੰਘ ਜੀਕੇ ਨੇ, ਆਪਣੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਹੁਣ ਮਨਜੀਤ ਸਿੰਘ ਜੀਕੇ ਨੂੰ ਸਮਝ ਆ ਗਿਆ ਕਿ ਜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਨਕੁਆਇਰੀ ਕਰ ਲਈ ਤੇ ਤੂੰ ਜੇਲ੍ਹ ਤੇ ਵੈਸੇ ਹੀ ਜਾਣਾ ਹੈ। ਕੋਰਟ ਦੇ ਕੇਸ ਜਿਹੜਾ ਚੱਲਦਾ ਪਿਆ ਹੈ, ਸਾਰੀ ਉਮਰ ਲਈ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਗੁਰੂ ਘਰਾਂ ਨੂੰ ਲੁੱਟ ਸੁੱਟ ਕਰਕੇ ਤੇ ਆਪਣੇ ਖਾਨਦਾਨ ਔਰ ਆਪਣੇ ਪਰਿਵਾਰ ਦੀਆਂ ਜੇਬਾਂ ਭਰੀਆਂ। ਬੜੀ ਹੈਰਾਨਗੀ ਆ, ਸਿੱਖ ਕੌਮ ਦੀ ਇੱਕ ਨਾਮਚੀਨ ਗੁਰਦੁਆਰਾ ਕਮੇਟੀ ਨੁਮਾਇੰਦਾ ਹਸਤੀ ਹੋਵੇ, ਉਹਦਾ ਫਾਰਮਰ ਪ੍ਰੈਜ਼ੀਡੈਂਟ ਹੋਵੇ ਔਰ ਅਕਾਲ ਤਖਤ ਨੂੰ ਲਿਖ ਕੇ ਕਹਿ ਦੇਵੇ ਕਿ ਇਹਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਮੈਂ ਇਨਕੁਆਇਰੀ ਹੁਣ ਤੱਕ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਇਹ ਬੈਠੇ ਨੇ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਪੁੱਛਿਆ ਜਾਵੇ ਕਿ ਜਦੋਂ ਤੁਸੀਂ ਖੁਦ ਪ੍ਰਧਾਨ ਬੈਠੇ ਸੀ ਤੁਹਾਨੂੰ ਤੇ ਕੋਰਟ ਨੇ ਉਦੋਂ ਚੋਰ ਕਿਹਾ ਹੈ। ਜਦੋਂ ਮਨਜੀਤ ਸਿੰਘ ਜੀਕੇ ਖੁਦ ਗੱਦੀ ਤੇ ਬੈਠੇ ਸੀ ਉਸ ਵੇਲੇ ਕੋਰਟ ਨੇ ਉਹਨਾਂ ਨੂੰ ਚੋਰ ਦੱਸਿਆ ਹੈ। ਜਦੋਂ ਮਨਜੀਤ ਸਿੰਘ ਜੀਕੇ ਖੁਦ ਪ੍ਰਧਾਨ ਸੀ ਉਸ ਵੇਲੇ ਕੋਰਟ ਨੇ ਉਹਨਾਂ ਨੂੰ ਚੋਰ ਦੱਸਿਆ ਹੈ। ਜਦੋਂ ਉਹ ਪ੍ਰਧਾਨ ਸੀ ਉਸ ਵੇਲੇ ਉਹਨਾਂ ਤੇ ਮੁਕੱਦਮਾ ਦਰਜ ਕਰਾਇਆ ਕੋਰਟ ਨੇ। ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ? ਔਰ ਅੱਜ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਨਕੁਆਇਰੀ ਕਰਨ ਤੋਂ ਰੋਕਦੇ ਪਏ ਜੇ। ਔਰ ਉਹਦੇ ਅੰਦਰ ਕੌਣ ਸ਼ਾਮਲ ਆ? ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਦੋਵੇਂ ਨਹੀਂ ਬੋਲਦੇ ਪਏ। ਹੁਣ ਪਰਮਜੀਤ ਸਿੰਘ ਸਰਨਾ ਨਹੀਂ ਬੋਲਦੇ ਬਈ ਮਨਜੀਤ ਸਿੰਘ ਜੀਕੇ ਕਿਉਂ ਇਨਕੁਆਇਰੀ ਤੋਂ ਰੋਕਦਾ ਪਿਆ? ਕਿਉਂਕਿ ਉਹਨਾਂ ਨੇ ਉਹਦੇ ਨਾਲ ਤੈਅ ਕੀਤਾ ਕਿ ਤੂੰ ਮੇਰੇ ਹਸਪਤਾਲ ਦੇ ਕੇਸ ਵਾਪਸ ਕਰਾ ਔਰ ਮੈਂ ਤੇਰੇ ਖਿਲਾਫ ਇੱਥੇ ਨਹੀਂ ਕਰਦਾ, ਨਹੀਂ ਤਾਂ ਆਪਾਂ ਦੋਵੇਂ ਅੰਦਰ ਜਾਵਾਂਗੇ ਤੇ ਦੋਵੇਂ ਅੰਦਰ ਜਾਣ ਨਾਲੋਂ ਇੱਕ ਦੂਜੇ ਨੂੰ ਬਚਾਈਏ। ਹਸਪਤਾਲ ਅੰਦਰ ਜਿਸ ਤਰੀਕੇ ਡੁੱਕਾ ਪਾਉਣ ਦੀ ਕੋਸ਼ਿਸ਼ ਕੀਤੀ ਮਨਜੀਤ ਸਿੰਘ ਜੀਕੇ ਨੇ, ਹੁਣੇ ਭੋਗਲ ਸਾਹਿਬ ਨਾਲ ਗੱਲ ਕਰ ਰਿਹਾ ਸੀ, ਉਹਨਾਂ ਮੈਨੂੰ ਵਿਸ਼ਵਾਸਨ ਦਵਾਇਆ ਕਿ ਜਿਹੜਾ ਉਹ ਕੇਸ ਆ ਉਹਦੇ ਅੰਦਰ ਹਰ ਸੂਰਤ ਅੰਦਰ ਜਿਹੜੀਆਂ ਗਵਾਹੀਆਂ ਨੇ, ਜਿਹੜੀਆਂ ਚਾਰਜਸ਼ੀਟ ਆ ਉਹ ਕਲੀਅਰ ਆ, ਉਹਦੇ ਅੰਦਰ ਕੋਈ ਕਨਫਿਊਜ਼ਨ ਨਹੀਂ। ਚਾਰਜਸ਼ੀਟ ਦਾਖਲ ਹੋਊਗੀ, ਕਿਸੇ ਸੂਰਤ ਅੰਦਰ ਮਨਜੀਤ ਸਿੰਘ ਜੀਕੇ ਚਾਹ ਕੇ ਵੀ ਉਹ ਹਸਪੀਟਲ ਚਾਰਜਸ਼ੀਟ ਨੂੰ ਨਹੀਂ ਰੁਕਵਾ ਸਕੇਗਾ।
ਔਰ ਦੋਵਾਂ ਨੇ ਆਪਸ ਅੰਦਰ ਜਿਹੜੀ ਸਾਂਠ-ਗਾਂਠ ਕੀਤੀ ਆ। ਇੱਥੋਂ ਸਪਸ਼ਟ ਹੁੰਦਾ ਹੈ ਜਿਹੜਾ ਮਨਜੀਤ ਸਿੰਘ ਜੀਕੇ ਨੂੰ ਸਮਝ ਆ ਗਿਆ ਕਿ ਉਹ ਇਲੈਕਸ਼ਨ ਨਹੀਂ ਲੜ ਸਕੇ, ਉਹਨਾਂ ਨੇ ਦਿੱਲੀ ਦਾ ਪ੍ਰਧਾਨ ਚਮਨ ਸਿੰਘ ਨੂੰ ਬਣਾ ਦਿੱਤਾ। ਦਿੱਲੀ ਕਮੇਟੀ ਦੀ ਇਲੈਕਸ਼ਨ ਲੜਨੀ ਆ, ਦਿੱਲੀ ਕਮੇਟੀ ਦੀ ਇਲੈਕਸ਼ਨ ਲੜਨੀ ਆ, ਔਰ ਦਿੱਲੀ ਕਮੇਟੀ ਦੇ ਇਲੈਕਸ਼ਨ ਲੜਨ ਵਾਸਤੇ ਪਤਾ ਲੱਗ ਗਿਆ ਕਿ ਮੇਰੀਆਂ ਚੋਰੀਆਂ ਜੋ ਕੋਰਟ ਤੋਂ ਆਰਡਰ ਆ ਰਹੇ ਨੇ ਉਹਦੇ ਚੱਲਦੇ ਮੈਂ ਇਲੈਕਸ਼ਨ ਲੜ ਸਕੂੰਗਾ, ਮੈਂ ਜੇਲ੍ਹ ਜਾਊਂਗਾ, ਤੇ ਆਪਣੀ ਪਾਰਟੀ ਦਾ ਪ੍ਰਧਾਨ ਇਮੀਡੀਏਟਲੀ ਚਮਨ ਸਿੰਘ ਨੂੰ ਬਣਾ ਦਿੱਤਾ। ਪਰ ਕੋਈ ਗੱਲ ਨਹੀਂ, ਜਿਹਨੂੰ ਮਰਜ਼ੀ ਪ੍ਰਧਾਨ ਬਣਾਓ, ਇਹ ਲੋਕਾਂ ਦੇ ਅੱਗੇ ਸਪਸ਼ਟ ਹੈ। ਹੁਣ ਜਦੋਂ ਚੋਰ ਦੋਵੇਂ ਇਕੱਠੇ ਹੋਏ ਨੇ, ਪਰਮਜੀਤ ਸਿੰਘ ਸਰਨਾ ਔਰ ਹਰਵਿੰਦਰ ਸਿੰਘ ਸਰਨਾ ਔਰ ਮਨਜੀਤ ਸਿੰਘ ਜੀਕੇ ਸਾਰੇ ਇਕੱਠੇ ਹੋਏ ਨੇ, ਦਿੱਲੀ ਦੀ ਸੰਗਤ, ਦਿੱਲੀ ਦੇ ਦੇਸ਼ ਦੇ ਲੋਕ ਬੜੇ ਸਮਝਦਾਰ ਨੇ, ਸੂਝਵਾਨ ਨੇ, ਸਭ ਜਾਣਦੇ ਨੇ। ਉਹ ਦੇਖ ਰਹੇ ਨੇ ਕਿ ਜਿਹੜੇ ਕੱਲ੍ਹ ਤੱਕ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸੀ, ਅੱਜ ਦੂਜੇ ਇੱਕ ਦੂਜੇ ਦੇ ਗੱਲ ਵੱਖਰੀਆਂ ਪਾਈਆਂ। ਕਿਉਂ ਪਾਈਆਂ ਨੇ? ਕਿਉਂਕਿ ਦੋਵਾਂ ਨੂੰ ਪਤਾ ਹੈ ਕਿ ਜੇ ਅਸੀਂ ਇੱਕ ਦੂਜੇ ਨੂੰ ਨਹੀਂ ਬਚਾਇਆ ਤੇ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਦੇ ਚੱਕਰ 'ਚ ਅਸੀਂ ਦੋਵੇਂ ਜੇਲ੍ਹ ਜਾਵਾਂਗੇ। ਪਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਿਹੜੀ ਆਡਿਟ ਕਰਾਇਆ ਸੀ, ਉਸ ਦੀ ਰਿਪੋਰਟ ਵੀ ਐਗਜ਼ੈਕਟਿਵ ਦੀ ਕਮੇਟੀ ਬੁਲਾ ਕੇ ਸਾਹਮਣੇ ਰੱਖੇਗੀ। ਉਹ ਵੀ ਐਗਜ਼ੈਕਟਿਵ ਰਿਪੋਰਟ ਬੜੀ ਕਲੀਅਰ ਆ, ਔਰ ਉਹ ਵੀ ਡਿਲੋਇਟ ਬੈਸਟ ਕੰਪਨੀ ਦਾ ਅਸੀਂ ਆਡਿਟ ਕਰਾਇਆ। ਔਰ ਜੋ ਪਰਮਜੀਤ ਸਿੰਘ ਸਰਨਾ ਦੇ ਵੇਲੇ ਹੁਣ ਤਾਈਆਂ ਕੀਤੀਆਂ ਗਈਆਂ, ਚਾਹੇ ਉਹ ਹਸਪੀਟਲ ਦੀ ਸੀ, ਚਾਹੇ ਉਹ ਮਿੱਟੀ ਵੇਚਣ ਦੀ ਸੀ, ਜਾਂ ਆਪਣੇ ਪਰਿਵਾਰ ਨੂੰ ਦੇ ਨਾਮ ਤੇ ਪੈਸੇ ਕੱਢਣ ਦੀ ਸੀ, ਉਹ ਸਾਰੇ ਤੱਥ ਵੀ ਜਿਹੜੇ ਨੇ ਉਹਦੇ ਵਾਸਤੇ ਵੀ ਅਸੀਂ ਕਿਹਾ ਹੈ ਕਿ ਆਡਿਟ ਕੰਪਨੀ ਤੋਂ ਉਹ ਵੀ ਸਾਰੇ ਸਾਹਮਣੇ ਲੈ ਕੇ ਆਂਦੇ ਜਾਣ। ਲੇਕਿਨ ਜੋ ਦੋਵਾਂ ਨੇ ਆਪਸ ਅੰਦਰ ਜੋ ਇਹ ਗਲਵੱਕੜੀਆਂ ਪਾਈਆਂ ਨੇ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਇਨਕੁਆਇਰੀ ਕਰਨ ਤੋਂ ਰੋਕਿਆ ਹੈ, ਇਹਦੇ ਅਸੀਂ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਦੋਵੇਂ ਹੀ ਐਕਸਪੋਜ਼ ਹੋ ਗਏ ਨੇ, ਦੋਵਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਦੋਵੇਂ ਚੋਰ ਸੀ, ਦੋਵਾਂ ਨੇ ਫੜੇ ਜਾਣਾ ਸੀ, ਇਸ ਵਾਸਤੇ ਉਹਨਾਂ ਨੇ ਇਸ ਇਨਕੁਆਇਰੀ ਤੋਂ ਭੱਜੇ ਨੇ। ਨਵਾਂ ਕੀ ਮਨਾ ਕਰਤਾ ਨਾ ਕੰਸੈਂਟ ਦੇਣ ਤੋਂ? ਨਹੀਂ, ਸਹਿਮਤੀ ਪੱਤਰ ਜਦੋਂ ਦਿੱਤਾ ਸੀ ਨਾ, ਪਹਿਲਾਂ ਉਹਨਾਂ ਨੇ ਕਿਹਾ ਸੀ ਸਹਿਮਤੀ ਮੈਂ ਵਧਾਈ ਦਿੰਦਾ, ਸਹਿਮਤੀ। ਫਿਰ 10 ਦਿਨ ਬਾਅਦ ਉਹਨਾਂ ਨੇ ਆਪਣੀ ਬਦਲ ਲਈ ਔਰ ਕਹਿ ਦਿੱਤਾ ਕਿ ਜੀ ਮੈਂ ਇਹਦੇ ਸਹਿਮਤੀ ਨਹੀਂ ਦਿੰਦਾ, ਕਮੇਟੀ ਦੇ ਪ੍ਰਧਾਨ ਸਕੱਤਰ ਬਦਲੇ ਜਾਣ। ਇਹ ਤੇ ਸਹਿਮ ਇਹ ਉਸ ਤੋਂ ਬਾਅਦ ਜਿਹੜਾ ਸਾਨੂੰ ਦਿੱਤਾ ਨਹੀਂ, ਉਹ 'ਚ ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਔਰ ਸਕੱਤਰ ਬਦਲੇ ਜਾਣ। ਉਹਦੇ ਚ ਵੀ ਪਤਾ ਲੱਗਾ ਸੀ ਜਿਹੜਾ ਸਾਨੂੰ ਉਹਨਾਂ ਨੇ 2 ਪੇਜ ਦਾ ਲੈਟਰ ਦਿੱਤਾ, ਉਸ 3 ਪੇਜ ਹੋਰ ਅਲੱਗ ਸੀ ਜੀ, ਸਾਰੇ ਤੁਹਾਡੇ ਨਾਲ ਰਿਲੇਟਡ ਕੁਝ ਮਾਮਲੇ ਭੇਜੇ ਗਏ। ਨਹੀਂ, ਅਸੀਂ ਤੇ ਬਾਰ-ਬਾਰ ਕਹਿ ਰਹੇ ਸਾਡੇ ਤੋਂ ਭੇਜਣ ਦੀ ਲੋੜ ਨਹੀਂ, ਸਾਨੂੰ ਤੇ ਸਾਹਮਣੇ ਆਉਣ। ਅਸੀਂ ਤਾਂ ਇੱਥੇ ਬੈਠ ਕੇ ਡੈਸਕ ਤੇ ਗੱਲ ਕਰਨ ਨੂੰ ਤਿਆਰ, ਅਸੀਂ ਤਾਂ ਕੋਈ ਮਨਾ ਹੀ ਨਹੀਂ ਕਰ ਰਹੇ। ਇਹ ਤੇ ਉਹ ਮਨਾ ਕਰਦੇ ਨੇ, ਭੱਜਦੇ ਨੇ, ਕੋਰਟ 'ਚ ਵੀ ਭੱਜੇ ਕਿ ਮੈਂ ਲੋਕਾਂ ਨੂੰ ਜਵਾਬ, ਅਸੀਂ ਤਾਂ ਤੁਹਾਨੂੰ ਵੀ ਜਵਾਬ ਦੇ ਰਹੇ, ਸਾਨੂੰ ਪੁੱਛੋ ਸਵਾਲ। ਸਾਨੂੰ ਅਸੀਂ ਦੁਬਾਰਾ ਕਹਿਣਾ ਚਾਹੁੰਦੇ ਹਾਂ, ਸਾਡੇ ਵਾਸਤੇ ਅਸੀਂ ਕਿਸੇ ਵੀ ਸਵਾਲ ਵਾਸਤੇ ਨਹੀਂ ਕਹਿ ਰਹੇ ਅਸੀਂ ਭੱਜਾਂਗੇ। ਅਸੀਂ ਤਾਂ ਕਹਿੰਦੇ ਜਿਹਦਾ ਜੀ ਕਰਦਾ, ਜਿੱਦਣ ਜੀ ਕਰਦਾ ਹੈ। ਅਸੀਂ ਜਰਨਲ ਹਾਊਸ ਬੁਲਾਇਆ ਸੀ ਤੁਹਾਡੀ ਜਾਣਕਾਰੀ ਵਾਸਤੇ, ਔਰ ਜਰਨਲ ਹਾਊਸ 'ਚ ਸਾਰੇ ਮੈਂਬਰ ਸਾਹਿਬਾਨਾਂ ਨੂੰ ਇਹ ਕਿਹਾ ਸੀ ਕਿ ਜਿੰਨੇ ਵੀ ਸਵਾਲ ਪੁੱਛਣੇ ਆ ਪਹਿਲਾਂ ਕਾਗਜ਼ ਵੀ ਲਓ ਤੇ ਸਵਾਲ ਵੀ ਪੁੱਛੋ, ਕੋਈ ਗੱਲ ਨਹੀਂ, ਪੁੱਛਣਾ ਚਾਹੀਦਾ। ਜੇ ਗੁਰਦੁਆਰਾ ਕਮੇਟੀ ਇਲੈਕਟਿਡ ਬੋਡੀਆਂ ਨੂੰ ਕੋਈ ਸਵਾਲ ਹੀ ਨਹੀਂ ਪੁੱਛੇਗਾ, ਅਸੀਂ ਤਾਂ ਆਪਣੇ ਹਿਸਾਬ ਗੁਰਦੁਆਰੇ 'ਚ ਅਨਾਉਂਸਮੈਂਟ ਕਰਕੇ ਦਿੰਦੇ ਹਾਂ। ਸਰਨਾ ਦੇ ਕੋਲ ਕੀ ਨੇ ਹਸਪਤਾਲ? ਨਹੀਂ, ਉਹ ਉੱਥੇ ਤਾਂ ਮੁਕੱਦਮਾ ਦਰਜ ਹੋ ਗਿਆ ਨਾ, ਹਸਪੀਟਲ 'ਚ ਉਹਨਾਂ ਨੂੰ ਮੁਕੱਦਮਾ ਦਰਜ ਹੋ ਗਿਆ 420 ਦਾ। ਇੱਕ ਮਿੰਟ ਠਹਿਰੋ ਜੀ, ਮੇਰੇ ਭਗਤ ਸਾਹਿਬ, ਇੱਕ ਸੈਕਿੰਡ, ਦੋ ਇਹ ਮੁਕੱਦਮੇ ਪੁੱਛ ਰਹੇ ਕਿਹੜੇ? ਇੱਕ ਮੁਕੱਦਮਾ ਜਿਹੜਾ ਹਸਪੀਟਲ ਦੀ ਚੋਰੀ ਦਾ, ਦੂਜਾ ਇੰਜੀਨੀਅਰਿੰਗ ਕਾਲਜ ਦੇ ਫਰਾਡ ਦਾ, ਜਿਸ ਇੰਜੀਨੀਅਰਿੰਗ ਕਾਲਜ ਜਿਹੜਾ ਫਰਾਡ ਕੀਤਾ ਉਹਨੇ, ਹਾਂ, ਉਹਦੇ 'ਚ ਮੁਕੱਦਮਾ ਦਰਜ ਹੋਇਆ ਪਰਮਜੀਤ ਸਰਨਾ ਤੇ। ਇੱਕ ਇੰਜੀਨੀਅਰਿੰਗ ਕਾਲਜ ਦਾ ਮੁਕੱਦਮਾ ਦਰਜ ਹੋਇਆ, ਹਸਪੀਟਲ ਨੂੰ ਵੇਚਣ ਦਾ ਮੁਕੱਦਮਾ ਦਰਜ ਹੋਇਆ। ਉਹਦੇ ਇਲਾਵਾ ਜਿਹੜੀ ਇੱਥੋਂ ਮਿੱਟੀ ਵੇਚੀ ਰਕਾਬ ਦੇ ਹਿਸਾਬ ਤੋਂ, ਮਿੱਟੀ ਦੇ ਸਾਡੇ ਪਤਾ ਨਹੀਂ 2.5 ਕਰੋੜ ਦੇ ਲੰਗਰੋਂ ਮਿੱਟੀ ਵਿਕਵਾਤੀ ਜੇ ਮਿੱਟੀ ਚੁੱਕਣ ਹੈ ਪੌਣੇ 2 ਕਰੋੜ ਦਾ ਅਮਾਊਂਟ ਐਗਜ਼ੈਕਟ ਯਾਦ ਨਹੀਂ। ਹਾਂ, ਦੇ ਰਿਹਾ, ਸਾਰੇ ਕਾਗਜ਼ ਤੁਹਾਨੂੰ ਪਹੁੰਚਾਉਣੇ। ਤੀਜੀ ਗੱਲ, ਆਪਣੀ ਬੇਟੀ ਨੂੰ ਦੇ ਨਾਮ ਦੇ ਉੱਤੇ ਸਿੱਧਾ ਪੈਸੇ ਟ੍ਰਾਂਸਫਰ ਕੀਤੇ ਕਿ ਅੱਜ ਮੈਂ ਸਫਾਰੀ ਸੂਟ ਲਏ ਆ, ਉਹੀ ਸਫਾਰੀ ਸੂਟ ਮਨਜੀਤ ਜੀਕੇ ਦੀ ਕੁੜੀ ਦੇ ਦਿੱਤੇ ਨੇ, ਉਹੀ ਪਰਮਜੀਤ ਸਰ ਨੇ ਆਪਣੇ ਪਰਿਵਾਰ 'ਚ ਹੈ। ਪੈਸੇ ਟ੍ਰਾਂਸਫਰ ਕੀਤੇ ਗਏ ਸਫਾਰੀ ਸੂਟ ਦੇ ਦਿੱਲੀ ਕਮੇਟੀ ਤੋਂ, ਇਹ ਮੈਂ ਕਹਿ ਰਿਹਾ ਨਾ, ਬਿੰਦਰਾ ਟੈਕਸਟਾਈਲਸ ਨੂੰ ਉਹੀ ਮੋਡਸ ਆਪਰੈਂਡੀ ਦੋਵਾਂ ਦੀ, ਆਪਣੇ ਪਰਿਵਾਰ ਦੇ ਨਾਮ ਤੇ ਪੈਸੇ ਟ੍ਰਾਂਸਫਰ ਕਰਦੇ, ਇਹੀ ਸੇਮ ਦੋਵਾਂ ਦੀ ਮੋਡਸ ਆਪਰੈਂਡੀ ਆ। ਔਰ ਹੁਣ ਦੋਵਾਂ ਨੂੰ ਸਮਝ ਆ ਗਿਆ ਕਿ ਐਕਸਪੋਜ਼ ਹੋ ਰਹੇ ਆ ਤੇ ਦੋਵੇਂ ਜਾਣੇ ਛੱਡ ਕੇ ਇਨਕੁਆਇਰੀ ਨੂੰ ਭੱਜ ਗਏ। ਰੋਜ਼ ਤਾਲ ਤੇ ਕਹਿੰਦੇ ਇਨਕੁਆਇਰੀ ਕਰਾਓ, ਕਿਉਂ ਨਹੀਂ ਬੋਲ ਰਹੇ ਹੁਣ? ਕਿਉਂਕਿ ਸਮਝ ਆ ਗਈ ਸਾਰੀ ਗੱਲਾਂ ਆਡਿਟ ਰਿਪੋਰਟ ਹੀ ਜਾਏਗੀ। 2013 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਰਨਾ ਪਾਰਟੀ ਉਦੋਂ ਤੁਸੀਂ ਹਰ ਵਾਰ ਕਾਨਫਰੰਸ ਹੁੰਦਾ ਸੀ ਕਿ ਅਸੀਂ ਇਹਨਾਂ ਨੂੰ 15 ਦਿਨ ਜੇਲ੍ਹ 'ਚ ਭਰ ਦਾਂਗੇ ਭ੍ਰਿਸ਼ਟਾਚਾਰ। ਦੇਖੋ, ਕਿਸੇ ਨੂੰ ਜੇਲ੍ਹ 'ਚ ਭੇਜਣ ਦਾ ਅਧਿਕਾਰ ਨਹੀਂ ਹੈਗਾ, ਇਹ ਅਧਿਕਾਰ ਨਹੀਂ। ਸੁਣ ਲਓ ਜੀ ਜਗਤਾਰ ਜੀ, ਸਾਡਾ ਕੰਮ ਆ ਮੁਕੱਦਮਾ ਦਰਜ ਕਰਾਉਣਾ। ਹਾਂ, ਮੈਂ ਦੱਸ ਰਿਹਾ, ਇਹ ਤੇ ਸਾਡਾ ਕੋਈ ਰੋਲ ਨਹੀਂ ਹੋ ਸਕਦਾ, ਇਹ ਕੋਰਟ ਦਾ ਕੰਮ ਆ। ਭਾਵੇਂ 20 ਸਾਲ ਵੀ ਨਿਪਟਣਗੇ, ਇਹ ਸਾਡਾ ਰੋਲ ਨਹੀਂ ਹੋ ਸਕਦਾ।
ਇਹ ਇਨਵੈਸਟੀਗੇਸ਼ਨ ਨਹੀਂ, ਅਸੀਂ ਕੁਝ ਨਹੀਂ ਕਰਨਾ, ਮੈਂ ਜੱਜ ਨਹੀਂ ਹੈਗਾ। ਨਹੀਂ ਮਾਮਲਾ ਤੇ ਅੱਗੇ ਕਰਦੇ ਨਾ, ਜਿਹੜਾ ਹਸਪਤਾਲ ਦਾ ਮਾਮਲਾ ਉਹ 'ਚ ਤੇ ਸਾਰਾ ਭੋਗ ਅਰੇ ਉਹ ਇਕਨੋਮਿਕ ਵਿੰਗ ਵਿੱਚ ਗਿਆ ਵਿੱਚ ਹੋਰ ਕਿਹਦਾ ਰੋਲ ਹੋਣਾ ਹੈ? ਦਿੱਲੀ ਕਮੇਟੀ ਦਾ, ਤੇ ਦਿੱਲੀ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਭੁੱਗਲ ਸਾਹਿਬ। ਲੇਕਿਨ ਜਿਸ ਦਿਨ ਉਹ ਮਾਮਲਾ ਖਤਮ ਹੋਇਆ ਉਦੋਂ ਭੋਗਲ ਸਾਹਿਬ ਨੂੰ ਬੁਲਾਇਆ ਹੀ ਨਹੀਂ ਹੈ, ਉਦੋਂ ਇਹਨਾਂ ਨੂੰ ਕਿਹੜਾ ਮਾਮਲਾ ਖਤਮ ਹੋਇਆ? ਹਸਪਤਾਲ ਵਾਲਾ ਜਿੱਦਣ ਹੋਇਆ ਸਾਰਾ ਮਾਮਲਾ ਸੈਟਲ ਹੋਇਆ ਜਿੱਦਣ ਸੈਟਲ ਤੇ ਕੁਝ ਹੋਇਆ ਹੀ ਨਹੀਂ ਅੱਜ ਤੱਕ। ਨਹੀਂ ਜਿੱਦਣ ਕੋਰਟ ਨੇ ਦਿੱਤਾ ਫੈਸਲਾ ਇੱਥੇ ਕਮੇਟੀ ਵਿੱਚ ਉਦੋਂ ਜੀਕੇ ਸਾਹਿਬ ਵੀ ਸੀ ਸਾਰੇ, ਉਦੋਂ ਭੋਗਲ ਸਾਹਿਬ ਨੂੰ ਬੁਲਾਇਆ ਇਹ ਤੋਂ ਜੀਕੇ ਸਾਹਿਬ ਪੁੱਛੋ ਨਾ ਫੋਨ ਕਰਕੇ, ਤੁਸੀਂ ਵੀ ਤੁਹਾਡੇ ਨਾਲ ਲੈ ਕੇ। ਸਵਾਲ ਤੇ ਆਣਾ ਨਾ ਸੋ ਇਸ ਕਰਕੇ ਇਹ ਹਸਪੀਟਲ ਦਾ ਜਿਹੜਾ ਮਸਲਾ ਹੈ ਇਹ ਕੋਰਟ ਦੇ ਅੰਦਰ ਆ, ਪੁਲਿਸ ਇਨਵੈਸਟੀਗੇਸ਼ਨ ਦੇ ਕੋਲ ਹੈ, ਇਹ ਤੇ ਸਾਡਾ ਕੋਈ ਰਾਈਟ ਨਹੀਂ ਹੋ ਸਕਦਾ। ਅਸੀਂ ਤੇ ਕਹਾਂਗੇ ਤੇ ਤੂੰ ਤਾਂ ਫਿਰ ਕਹਿੰਦੇ ਜੀ ਸਾਡੇ ਕੇਸ ਰੁਕਵਾਉਂਦੇ ਨੇ, ਸਾਡਾ ਕੀ ਰੋਲ ਹੋ ਸਕਦਾ? ਇਹ ਤੇ ਕੋਰਟਾਂ ਦਾ ਕੰਮ ਆ, ਪੁਲਿਸ ਦਾ ਕੰਮ ਆ। ਸਾਡਾ ਕੰਮ ਆ ਉਹਨਾਂ ਨੂੰ ਕੋਸ ਦੇਣਾ, ਕਾਗਜ਼ ਦੇਣਾ, ਡਾਕੂਮੈਂਟ ਦੇਣਾ, ਉਹ ਅਸੀਂ ਪ੍ਰੋਵਾਈਡ ਕਰਾਏ, ਤਾਂ ਹੀ ਤਾਂ ਮੁਕੱਦਮਾ ਦਰਜ ਹੋਇਆ। ਜਿਹੜੀ ਤੁਸੀਂ ਉਹ ਜਾਂਚ ਕਰਵਾਈ ਹੈ ਜਿਹੜੀ Audit ਦੀ। ਜੀ ਜੀ। ਉਹਦੇ ਕੁਝ ਨਿਕਲੇ ਹਾਂ ਉਹ ਆ ਗਿਆ ਜੀ ਆਡਿਟ, ਅਸੀਂ ਆਪਣੇ ਐਗਜ਼ੈਕਟਿਵ ਬੁਲਾ ਰਹੇ ਹਾਂ, ਪਹਿਲਾਂ ਸਾਰੇ ਮੈਂਬਰ ਸਾਹਿਬਾਨ ਨੂੰ ਦਿਆਂਗੇ, ਤੁਹਾਨੂੰ ਵੀ ਕਾਪੀਆਂ ਭੇਜਾਂਗੇ ਉਹਦੀਆਂ। ਜੋ ਨਿਕਲਦਾ ਮੇਰਾ ਤਾਂ ਕੁਝ ਨਹੀਂ ਹੁੰਦਾ, ਉਹਨਾਂ ਨੇ ਆਡਿਟ ਕੀਤਾ, ਆਡੀਟਰ ਨੇ ਆਡਿਟ ਕਰਨਾ ਹੈ, ਆਡੀਟਰ ਦੀ ਆਡਿਟ ਦੀ ਰਿਪੋਰਟ ਤੁਹਾਡੇ ਹੱਥ 'ਚ ਦਿਆਂਗੇ। ਜਨਰਲ ਹਾਊਸ ਮੀਡੀਆ ਨੂੰ ਵੀ ਬੁਲਾ ਲਿਆ ਪਰ ਨਹੀਂ ਬੁਲਾ ਲਾਂਗੇ ਤੁਹਾਨੂੰ, ਬੁਲਾ ਐਗਜ਼ੈਕਟਿਵ ਜੋ ਹੈ ਜਨਰਲ ਹਾਊਸ ਐਗਜ਼ੈਕਟਿਵ ਜਾਣਾ। ਹੁਣ ਇਹਨੂੰ ਛੋੜ ਕੇ ਮੈਂ ਇੱਕ ਉਹ ਤੁਹਾਡਾ ਦੂਸਰਾ ਸਵਾਲ ਹੈ, ਲੇਕਿਨ ਉਹ ਮੈਂ ਤੁਹਾਨੂੰ KBC ਦੀ ਤਰਫ ਤੋਂ ਪੁੱਛ ਰਿਹਾ, ਆਪਸ਼ਨ ਵੀ ਦੇ ਰਿਹਾ ਨਹੀਂ ਤੁਸੀਂ ਇੰਨੇ ਕਿਉਂ ਸਵਾਲ ਪੁੱਛੇ? ਤੁਸੀਂ ਆਪਣਾ ਸਵਾਲ ਪੁੱਛੋ, ਮੈਂ ਤੁਹਾਨੂੰ ਜਵਾਬ ਮੈਂ ਦਿਆਂ। ਦੇ ਰਿਹਾ ਤੁਹਾਨੂੰ। ਨਹੀਂ ਹੁਣ ਜਿਹੜਾ ਤੁਸੀਂ ਇੱਥੇ ਗਏ ਸੀ ਛੁੱਟੀ ਤੇ ਗਏ ਸੀ 2-2.5 ਮਹੀਨੇ ਦੀ, ਜਿੱਦਾਂ ਸਾਨੂੰ ਵੀ ਕਿਉਂ ਤੁਸੀਂ ਉਹ ਤੁਹਾਡੀ ਇਸ ਤਰ੍ਹਾਂ ਨਾ, ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। ਸਵਾਲ ਸੁਣ ਲਓ। ਸਵਾਲ ਕੀ ਆ? ਸਵਾਲ ਸੁਣ ਲਓ। ਤੁਸੀਂ 2-2.5 ਮਹੀਨੇ ਦੀ ਛੁੱਟੀ ਮੈਂ ਕਿਤੇ ਟਾਈਮ ਛੁੱਟੀ ਕਰੀ ਗਿਆ ਹੀ ਸਾਨੂੰ ਕੋਈ ਸਪੈਸ਼ਲ ਪ੍ਰੈਸ ਨੋਟ ਵੀ ਆ ਨਹੀਂ, ਆਈ ਜਾਂਦੇ ਹੋਣਗੇ, ਤੁਹਾਨੂੰ ਕਿਹਨੇ ਪ੍ਰੈਸ ਨੋਟ ਭੇਜਿਆ? ਦਿੱਲੀ ਬੈਠੀ ਤੋਂ ਮੈਂ ਤੇ ਕੋਈ ਟਾਈਮ ਇਨ ਦਾ ਪ੍ਰੈਸ ਨੋਟ ਨਹੀਂ ਭੇਜਦਾ। ਤੁਸੀਂ ਗਏ ਉੱਤੇ ਨਹੀਂ, ਮੈਂ time ਹੀ ਨਹੀਂ ਰੱਖਿਆ। Acting ਪ੍ਰਧਾਨ ਬਣਾ ਕੇ ਗਏ। ਪ੍ਰਧਾਨ ਕਿਸੇ ਨੂੰ ਐਕਟਿੰਗ ਹੁੰਦਾ, ਮੈਨੂੰ ਕਾਗਜ਼ ਦਿਖਾ ਦਿਓ ਜਿੱਥੇ ਐਕਟਿੰਗ ਹੈਗਾ। ਪ੍ਰਧਾਨ ਜਿਹੜਾ ਕੰਮ ਕਰੇਗਾ ਐਕਟਿੰਗ ਨਹੀਂ ਹੋਏਗਾ ਉਸ ਵੇਲੇ। ਉਹੀ ਮੈਂ ਕਹਿ ਰਿਹਾ ਤੁਸੀਂ ਇਹ ਕਿਹਾ ਕਿ 2-2.5 ਮਹੀਨੇ ਬਾਅਦ, ਚਲੋ ਜਦੋਂ ਵੀ, ਤੇ ਤੁਸੀਂ ਇੱਕ ਹਫ਼ਤੇ ਬਾਅਦ ਹੀ ਵਾਪਸ ਆ ਗਏ। ਤੇ ਮੈਂ ਜਦੋਂ ਮੈਂ ਤੇ ਪਹਿਲਾਂ ਕਿ ਮੈਂ ਤੇ ਕੁਆਰੰਟਾਈਨ ਵਾਸਤੇ ਗਿਆ। ਨਾ ਮੈਂ ਅੱਗੇ ਸਵਾਲ ਤੇ ਕਿ ਪੁੱਛ ਸਵਾਲ ਹੀ ਨਹੀਂ ਕਰਦੇ ਪਏ, ਤੁਹਾਡਾ ਸਵਾਲ ਹੀ, ਤੁਸੀਂ ਮੈਨੂੰ 2.5 ਘੰਟੇ ਦੇ ਹੋ ਗਏ ਸਵਾਲ ਪੁੱਛਦੇ, ਤੁਹਾਡਾ ਸਵਾਲ ਹੀ ਨਹੀਂ ਪੂਰਾ ਹੁੰਦਾ ਪਿਆ। ਚਲੋ ਕਿ ਤੁਹਾਡੀ ਐਬਸੈਂਸ ਵਿੱਚ ਇਹ ਜਿਹੜੇ ਐਕਟਿੰਗ ਪ੍ਰਧਾਨ ਸੀ ਜਾਂ ਪ੍ਰਧਾਨ ਜੀ ਕਹਿ ਰਹੇ ਹੋ ਜਨਰਲ, ਕੀ ਇਹਨਾਂ 'ਚ ਕੋਈ ਡਿਸਪਿਊਟ ਹੋ ਗਿਆ ਸੀ ਜਾਂ ਸੁਣੋ ਅਰੇ ਇਹ ਕੋਈ ਸਵਾਲ ਇੱਕ ਲਾਈਨ ਦਾ ਹੁੰਦਾ, ਸਵਾਲ ਥੋੜਾ ਹੁੰਦਾ, ਤੁਸੀਂ ਸਟੋਰੀ ਪਾਉਂਦੇ ਪਏ ਜੀ, ਐਸੇ ਲਿਖਦੇ ਪਏ ਜੀ। ਤੁਸੀਂ ਸਵਾਲ ਪੁੱਛ ਲਓ ਵੀ ਭਾਜੀ ਸਵਾਲ ਕੀ ਆ ਤੁਹਾਡਾ? ਸਵਾਲ ਹੋਇਆ ਹਾਂ ਦੱਸੋ। ਇਹ ਹੋ ਗਿਆ ਸੀ ਜਾਂ ਕੁਝ ਇਹ ਸੁਣਨ ਚ ਆ ਰਿਹਾ ਸੀ ਕਿ ਗੁਰਦੁਆਰਾ ਬੰਗਲਾ ਤੁਸੀਂ ਤਾਂ ਆਪਣਾ ਸਵਾਲ ਪੁੱਛ ਲਓ ਨਾ, 1 ਮਿੰਟ ਦੇ ਅੰਦਰ ਤੁਸੀਂ ਸਵਾਲ ਹੀ ਨਹੀਂ ਪੁੱਛ ਰਹੇ। ਹਾਂਜੀ ਗੁਰਦੁਆਰਾ ਬੰਗਲਾ ਸਾਹਿਬ ਜਿਹੜੀ ਤੁਹਾਡੀ ਐਬਸੈਂਸ ਡੋਨੇਸ਼ਨ ਆਣੀ ਘੱਟ ਹੋ ਗਈ ਸੀ ਜਾਂ ਕੁਝ ਇਸ ਤਰ੍ਹਾਂ ਦੀ ਦੇਖੋ ਹੋ ਗਏ ਤੁਹਾਡੇ ਸਵਾਲ ਹੋਣੇ ਹੀ ਨਹੀਂ ਹੁੰਦੇ। ਇਸ ਤਰ੍ਹਾਂ ਜੋ ਗੁਰੂ ਘਰ ਦੀ ਡੋਨੇਸ਼ਨ ਆ ਉਹ ਗੁਰੂ ਘਰ ਵਾਸਤੇ ਆਉਂਦੀ, ਮੇਰੇ ਗਿਆਨ ਨਹੀਂ ਆਉਂਦੀ, ਤੁਹਾਨੂੰ ਗਲਤ ਫਹਿਮੀ ਆ, ਲੋਕ ਗੁਰੂ ਘਰ ਵਾਸਤੇ ਦਿੰਦੇ ਆ। ਦੂਜੀ ਗੱਲ, ਸਾਡੇ ਜਨਰਲ ਸਕੱਤਰ ਜਿਹੜੇ ਆ ਉਹ ਪਾਰਟੀ ਦੇ ਪ੍ਰਧਾਨ ਵੀ ਆ, ਔਰ ਜੇ ਕੋਈ ਵੀ ਡਿਸਪਿਊਟ ਕਰੀ ਵੀ ਰਾਈਜ਼ ਹੋਊਗਾ ਨਾ, ਉਹ ਮੇਰੀ ਲੋੜ ਨਹੀਂ, ਉਹ ਹੀ ਇਜ਼ ਕੈਪੇਬਲ ਟੂ ਹੈਂਡਲ ਇਟ, ਕਿਉਂਕਿ ਉਹ ਪਾਰਟੀ ਦੀ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਆ। ਸਾਡੇ ਸਰਪ੍ਰਸਤ ਅਵਤਾਰ ਸਿੰਘ ਖੇਤੇ ਆ, ਕਿਸੇ ਦੀ ਵੀ ਸਾਡੀ ਜ਼ਰੂਰਤ ਮੇਰੀ ਐਬਸੈਂਸ ਅੰਦਰ ਕੋਈ ਲੋੜ ਨਹੀਂ ਹੈਗੀ, ਇਹ ਮੇਰੀ ਐਬਸੈਂਸ ਅੰਦਰ ਵੀ ਡਿਸਪਿਊਟ ਹੈਂਡਲ ਕਰਨ ਦੀ ਕੈਪੈਸਿਟੀ ਰੱਖਦੇ ਆ। ਬੀਬੀ ਰਣਜੀਤ ਕੌਰ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ, ਐਕਟਿੰਗ ਪ੍ਰਧਾਨ ਉਹੀ ਹੁੰਦਾ, ਜਿੱਦਣ ਮੈਂ ਛੁੱਟੀ ਜਾਊਂਗਾ ਐਕਟਿੰਗ ਪ੍ਰਧਾਨ ਓਬਵੀਅਸਲੀ ਐਕਟਿੰਗ ਹੋਣਾ, ਕਿਉਂਕਿ ਉਹਨੇ ਦਿਨ ਤੱਕ ਕੋਈ ਕੰਮ ਨਹੀਂ ਦੇਖਿਆ, ਉਦੋਂ ਹੀ ਹੁੰਦਾ। ਇਹ ਕੋਈ ਨਵੀਂ ਪਰੰਪਰਾ ਨਹੀਂ ਹੁੰਦੀ। ਟ੍ਰਾਂਸਫਰ ਨੂੰ ਲੈ ਕੇ ਵੀ ਕੁਝ ਇਸ਼ੂ ਕੋਈ ਨਹੀਂ, ਆਪਣੇ ਬਣਾਈ ਜਾਈਏ। ਇੱਕ ਟ੍ਰਾਂਸਫਰਾਂ ਤੇ ਨਾਨ ਟ੍ਰਾਂਸਫਰਾਂ ਤੇ ਟੀਚਰਾਂ ਤੇ ਗੋਲਕ ਤੇ ਤੁਸੀਂ 8-10 ਇਸ਼ੂ ਦੱਸ ਦਿੱਤੇ, ਤੁਸੀਂ 4-5 ਹੋਰ ਕੱਢ ਦਿਓ, ਮੈਂ ਸਭ ਦਾ ਹੋਰ ਵੀ ਦੱਸੋ, ਹੋਰ ਕਿਹੜੇ ਹਾਂ ਦੱਸੀ ਚਲੋ ਚਲੋ ਛੱਡੋ। ਕੋਈ ਇਸ਼ੂ ਆ ਦੱਸੋ ਨਾ, ਮੈਂ ਤਾਂ ਦੇਖੋ ਬਾਕੀ ਸਾਰੇ ਖੜੇ ਆ ਨਾ, ਚੰਗਾ ਨਹੀਂ ਲੱਗਦਾ। ਸੰਨਾ ਸਾਹਿਬ ਨੇ ਵੀ ਪ੍ਰੈਸ ਨੋਟ ਦਿੱਤਾ ਹੈ, ਇੱਕ ਉਹਨਾਂ ਨੇ ਦਿੱਤਾ ਹੈ ਜਿਹੜੇ ਤੁਹਾਡੇ ਤੋਂ ਲੈ ਕੇ ਕੁਝ ਉਹ ਕੰਸੋਵਾ ਚੱਲਦੀਆਂ ਕਿ ਪਾਰਟੀ ਦਾ ਕੋਈ ਇਸ਼ੂ ਹੋ ਗਿਆ ਜਾਂ ਕੁਝ। ਭਾਜੀ ਮੈਂ ਜਵਾਬ ਦਿੱਤਾ ਤੇ ਹੋਰ ਫਿਰ ਦੱਸੋ ਕੀ ਜਵਾਬ ਦੇਣਾ? ਮੈਂ ਤੁਹਾਨੂੰ ਜਵਾਬ ਦੇ ਤਾਂ ਰਿਹਾ ਹਾਂ ਵੀ ਕਿਸੇ ਦੀ ਪਾਰਟੀ ਪ੍ਰਧਾਨ ਇੱਥੇ ਬੈਠਿਆ, ਜੇ ਉਹਨਾਂ ਦਾ ਕੋਈ ਡਿਸਪਿਊਟ ਹੋ ਤਾਂ ਮੇਰੀ ਲੋੜ ਨਹੀਂ ਹੁੰਦੀ, ਮੇਰੀ ਐਬਸੈਂਸ 'ਚ ਉਹ ਕੰਮ ਕਰ ਸਕਦਾ। ਤੁਹਾਡੀ ਉਹ ਬਾਦਲ ਪਰਿਵਾਰ ਦੀ ਜਿੱਦਾਂ ਕਹਿ ਰਹੇ ਕਿ ਕੋਈ ਇਸ਼ੂ ਹੋ ਗਿਆ ਹੈ, ਕੁਝ ਕਿਸ ਤਰ੍ਹਾਂ ਦੀ ਫਿਰ ਇਹ ਮੇਰੇ ਬਾਲ ਸਾਹਿਬ ਨੂੰ ਪੁੱਛੋ, ਮੈਨੂੰ ਕਿਉਂ ਪੁੱਛ ਰਹੇ ਜੇ? ਉਹ ਕਹਿ ਰਹੇ ਕਿ ਇਸ ਲਈ ਛੁੱਟੀ ਤੇ ਗਏ। ਆ ਗਿਆ ਫਿਰ ਮੈਂ ਹੁਣ ਵਾਪਸ ਆ ਗਿਆ। ਨਹੀਂ ਚਲੋ ਕੋਈ ਗੱਲ ਨਹੀਂ, ਆ ਗਿਆ ਮੈਂ। ਅੱਛਾ ਚਲੋ ਇਹਨਾਂ ਛੋੜੋ, ਕੰਮ ਕਰਨ ਦੇ ਯਾਰ। ਜਿਹੜੀ ਪ੍ਰਮੋਸ਼ਨਾਂ ਕੀਤੀਆਂ ਗਈਆਂ ਇਹਦੇ ਚ ਇੱਕ ਕਿਹਨੇ ਪ੍ਰਮੋਸ਼ਨਾਂ? ਟੀਚਰਾਂ ਦੀਆਂ। ਹਾਂਜੀ ਹਾਂ ਇਹਦੇ ਚ ਇੱਕ ਪਤਾ ਲੱਗੇ ਕਿ 2 ਟੀਚਰਾਂ ਦੀ ਐਸੀ ਪ੍ਰਮੋਸ਼ਨ ਹੋ ਗਈ ਜੋ ਰਿਟਾਇਰ ਹੋ ਚੁੱਕੀਆਂ, ਇੱਕ ਮਨਜੀਤ ਕੌਰ ਮਨਿੰਦਰ ਕੌਰ। ਕੋਈ ਗੱਲ ਇਸ ਤਰ੍ਹਾਂ ਹੈ, ਉਹਨਾਂ ਦਾ ਰਾਈਟ ਜਿਹੜਾ ਹੈ ਨਾ, ਰਿਟਾਇਰਮੈਂਟ ਹੋਣ ਦੇ ਨਾਲ ਕਿਸੇ ਦਾ ਰਾਈਟ ਨਹੀਂ, ਉਹਨਾਂ ਦਾ ਰਾਈਟ ਨਹੀਂ ਖਤਮ ਹੋ ਜਾਂਦਾ। ਹਾਂ ਇਸ ਤਰ੍ਹਾਂ ਕਿ ਉਹ ਡਿਜ਼ਰਵ ਕਰਦੀਆਂ ਨੇ, ਔਰ ਉਹਨਾਂ ਦਾ ਸਕੇਲ ਜਿਹੜਾ ਸੀਗਾ, ਜਿਸ ਸਕੇਲ ਤੇ ਉਹ ਡਿਜ਼ਰਵ ਕਰਦੀਆਂ ਨੇ, ਉਹ ਸਕੇਲ ਸਭ ਨੂੰ ਦਿੱਤਾ ਗਿਆ, ਕਿਉਂਕਿ ਟੀਚਰਾਂ ਬੜੇ ਸਾਲ ਤੋਂ ਪੜ੍ਹਾ ਰਹੀਆਂ ਨੇ, ਔਰ ਇਹੀ PGT 'ਚ ਰਹਿ ਕੇ PRT 'ਚ ਰਹਿ ਕੇ PGT ਪੜ੍ਹਾ ਰਹੀਆਂ ਸੀ। ਇਸ ਕਰਕੇ ਜਿਹੜਾ ਪੜ੍ਹਾ ਰਿਹਾ, ਜੋ ਚਲੇ ਵੀ ਗਿਆ ਹੈ, ਤੇ ਉਹਦਾ ਸਟੇਟਸ ਉਹ ਬਣਿਆ ਰਹਿਣਾ ਚਾਹੀਦਾ, ਤਾਂ ਕਿ ਉਹ ਸਮਾਜ 'ਚ ਆ ਕੇ ਦੱਸ ਸਕੇ ਕਿ ਮੈਂ PGT ਰਿਟਾਇਰ ਹੋਇਆ। ਉਹਨਾਂ ਨੂੰ ਤਾਂ ਡਿਊਜ਼ ਰਹਿੰਦੇ ਨੇ। सिरसा जी थोड़ा सा हिंदी में बोल दीजिए, हम हिंदी से है। हाँ, हाँ। और दूसरा जिस वजह अभी जिस तरीके से कोरोना का संकट चल रहा है,
क्या कमेटी के इलेक्शन आपको लगता है कि निर्धारित वक्त पर होने चाहिए या उनको कुछ वक्त के लिए टाल के आगे करना नहीं नहीं, टालने का तो कोई मतलब नहीं होता। देखिए, ये काम हमारा नहीं है, ये काम दिल्ली सरकार का है। दिल्ली सरकार को अपनी वोटें बनानी चाहिए, डिलिमिटेशन टाइमली करनी चाहिए। जो कि अभी वो डिले चल रहे हैं, उनको तेज़ी से काम करना चाहिए। हम तो यही कह सकते हैं कि उनको और तेज़ी से काम में लानी चाहिए ताकि टाइमली इलेक्शन हो। टाइमली इलेक्शन होने से 3-4 बेनिफिट होते हैं। जो रिस्पॉन्सिबल होते हैं लोग, उनकी रिस्पॉन्सिबिलिटी जो होती है वो टाइम पीरियड तक फिक्स होती है। उसके बाद जब लिंगर ऑन होता है तो लोगों के अंदर एक मैसेज आना शुरू हो जाता है, अच्छा पता नहीं आज होगी, कल होगी, पता नहीं कब होगी, होगी नहीं होगी, तो वो कन्फ्यूज़न क्रिएट हो जाती है। तो कन्फ्यूज़न ना रहे इसलिए टाइमली इलेक्शन होनी चाहिए, एक बात। दूसरी बात, दिल्ली सरकार के पास बहुत बड़ा तंत्र है, उनके लिए मुश्किल नहीं है। अगर वो 10 की जगह 20 आदमी लगाएंगे तो जल्दी काम पूरा हो जाएगा, इसमें बहुत बड़ा इशू नहीं है, हो सकता है। ਤੁਸੀਂ ਉਸ ਜਿਹੜਾ ਕੇਸ ਪਾਇਆ ਉਹਦੇ ਚ ਕੀ ਥੋੜੀ ਉਹਦੀ ਡਿਟੇਲ ਦਾ ਅਸੀਂ ਕਾਹਦਾ ਕੇਸ ਪਾਇਆ? ਉਹਦੇ ਚ ਜਿਹੜੀ ਪਟੀਸ਼ਨ ਪਾਈ ਨਾ ਇਲੈਕਸ਼ਨ ਦੇ ਰਿਲੇਟਡ एप्लीकेशन साढ़े तो बहुत 3 साल तो पहले हुई। ਅਸੀਂ हमने पटिशन ये डाली है कि इलेक्शन की नई वोटें बनाई जाएं और टाइमली इलेक्शन कराई जाए। ये इलेक्शन वो पटिशन हमने 2018 में डाली थी, उसी की गुरुद्वारा के साथ वो हमने ये कहा है उनको कि हमारी जो नई वोटें बनाने के लिए मना कर रहे हैं, इन्होंने ओब्लीक कर दिया, न्यू ओब्लीक रिवीजन। तो क्लैरिफाई करें न्यू है या रिवीजन है, क्योंकि कोर्ट ने तो ऑर्डर कर रखा न्यू बननी है। ਰੀਜ਼ਨ ਤੇ ਹੋਈ ਸਰ 283 ਦੀ तो यही तो हम कह रहे हैं, यही हमने रेट डाली, यही ਅਸੀਂ रेट ਪਾਈ ਆ ਕਿ ਜਿਹੜੀ ਆ ਤੁਸੀਂ ਇਹਨੂੰ ਕਲੈਰੀਫਾਈ ਕਰੋ। ਤੁਸੀਂ ਕੋਰਟ 'ਚ ਕਹਿ ਰਹੇ ਜੇ ਕੋਰਟ ਨੇ ਆਰਡਰ ਕੀਤਾ ਹੋਇਆ ਕਿ ਨਵੀਂ ਵੋਟਾਂ ਬਣਨੀਆਂ ਚਾਹੀਦੀਆਂ ਨੇ, ਔਰ ਸਾਰਿਆਂ ਦਾ ਇਹ ਸਾਡਾ ਖਦਸ਼ਾ ਹੈ, ਹੁਣ ਦਾ ਨਹੀਂ। ਤੁਸੀਂ ਵੀ ਪ੍ਰੈਸ ਕਾਨਫਰੰਸ ਅਟੈਂਡ ਕਰਦੇ ਰਹੇ ਜੇ। ਇਹ ਦਿੱਲੀ ਸਰਕਾਰ ਨੇ ਕਿਹਾ ਉਹ ਓਬਲੀਕ ਹਾਂ ਤੇ ਇਹ ਬਾਰ-ਬਾਰ ਤੁਸੀਂ ਵੀ ਰੈਸਪੌਂਸ ਕੀਤੀਆਂ, ਸਾਰੀਆਂ ਪਾਰਟੀ ਨੇ ਇਸ ਗੱਲ ਤੇ ਮੁੱਦਾ ਉਠਾਇਆ। ਜਿਹੜਾ ਹਾਰ ਜਾਂਦਾ ਬਾਅਦ 'ਚ ਕਹਿੰਦਾ ਜੀ ਮੈਂ ਤਾਂ ਇਸ ਕਰਕੇ ਹਾਰ ਗਿਆ ਕਿਉਂਕਿ ਵੋਟਾਂ ਨਹੀਂ ਬਣੀਆਂ ਸੀ। ਸਾਡੀ ਇੱਕੋ ਡਿਮਾਂਡ ਹੈ ਦਿੱਲੀ ਐਕਟ ਦੇ ਹਿਸਾਬ ਨਾਲ। ਸੋ ਗੁਰਦੁਆਰਾ ਐਕਟ ਸਾਡੀ ਕਲੈਰਿਟੀ ਹੈ ਇਹਦੇ ਅੰਦਰ। ਹਰਮੀਤ ਜੀ ਦੱਸ ਦਿੰਦੇ ਇਲੈਕਸ਼ਨ ਦੇ ਔਰ ਹਸਪੀਟਲ ਦੇ ਬਾਅਦ ਆਪਣੇ ਭੋਗਲ ਸਾਹਿਬ ਨੂੰ ਦੱਸ ਦਿੰਦੇ ਕੀ ਸਟੇਟਸ ਆ ਦਾ। ਜਿਹੜੀ ਇਲੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਸਾਡੀ ਇੱਕੋ ਗੱਲ ਰਹੀ ਹੈ। ਜਿਹੜੀ ਕੋਰਟ ਨੇ ਡਿਸੀਜਨ ਦਿੱਤਾ ਕਿ ਨਵੀਆਂ ਵੋਟਾਂ ਬਣੀਆਂ ਜਾਣ ਔਰ ਵੋਟਰ ਜਿਹੜੀ ਬਣੇਗੀ ਉਹ ਫੋਟੋ ਵਾਲੀ ਬਣਨੀ ਚਾਹੀਦੀ ਹੈ। ਡਿਸੀਜਨ ਕਦੋਂ ਦਾ ਹੈਗਾ ਵੈਸੇ ਪਿਛਲੇ ਸਾਲ ਦਾ? ਪਿਛਲੇ ਸਾਲ 2019 ਦਾ 2019 ਦਾ ਡਿਸੀਜਨ ਹੈ। ਔਰ ਉਸ ਤੋਂ ਨਾਲ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ, ਜਿਹੜੀ ਵੀ ਮੀਟਿੰਗ 'ਚ ਅਸੀਂ ਗਏ ਆ ਉੱਥੇ ਇੱਕੋ ਗੱਲ ਸਾਡੀ ਰਿਪਰੈਜ਼ੈਂਟੇਸ਼ਨ ਦਿੱਲੀ ਕਮੇਟੀ ਵੱਲੋਂ ਸਰਦਾਰ ਜਗਦੀਪ ਸਿੰਘ ਕਾਲੂ ਵੀ ਜਾਂਦੇ ਰਹੇ ਹੈ ਔਰ ਪਾਰਟੀ ਵੱਲੋਂ ਸਰਦਾਰ ਇੰਦਰਮੋਹਨ ਸਿੰਘ ਜਾਂਦੇ ਰਹੇ। ਇੱਕੋ ਗੱਲ ਕੀਤੀ ਹੈ ਕਿ ਇਹ ਵੋਟਰ ਲਿਸਟ ਵੀ ਉਂਝ ਬਣਨੀ ਚਾਹੀਦੀ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਸ ਐਕਟ ਦੇ ਮੁਤਾਬਿਕ ਵੋਟਾਂ ਬਣਨੀਆਂ ਚਾਹੀਦੀਆਂ, ਕਿਉਂਕਿ ਅਸੀਂ ਪ੍ਰਬੰਧ ਨੂੰ ਚਲਾਉਣਾ ਔਰ ਪ੍ਰਬੰਧ ਐਕਟ ਦੇ ਹਿਸਾਬ ਦੇ ਨਾਲ ਵੋਟਾਂ ਹੋਣੀਆਂ ਚਾਹੀਦੀਆਂ। ਸੋ ਸਾਡਾ ਬਿਲਕੁਲ ਸਪਸ਼ਟ ਕਲੀਅਰ ਉਹਨਾਂ ਨੂੰ ਇਹ ਗੱਲ ਕੀਤੀ ਔਰ ਇਹਦੇ ਲਈ ਜਿਹੜੇ ਸਹਿਯੋਗ ਦੀ ਤੁਹਾਨੂੰ ਲੋੜ ਹੈ, ਤੁਹਾਡੇ ਕੋਲ ਸਟਾਫ ਘੱਟ ਹੈ, ਅਸੀਂ ਸਟਾਫ ਵੀ ਲਗਵਾਉਣ ਨੂੰ ਤਿਆਰ ਹਾਂ, ਅਸੀਂ ਹਰ ਸਹਿਯੋਗ ਦੇਣ ਨੂੰ ਤਿਆਰ ਹਾਂ, ਮਗਰ ਇਲੈਕਸ਼ਨ ਜਿਹੜੀ ਹੈ ਉਹ ਟਾਈਮ ਸਿਰ ਹੋਣੀ ਚਾਹੀਦੀ। ਡੇਟ ਕਦੋਂ ਦੀ ਉਹਦੀ? ਫਰਵਰੀ ਐਂਡ ਦੀ, ਅੱਛਾ ਵੈਸੇ ਡੇਟ ਕੋਰਟ ਦੀ 25 ਤਰੀਕ ਕੱਲ ਦੀ। ਹਸਪੀਟਲ ਦੀ ਦੱਸੋ ਜੀ। ਜਿਹੜਾ ਸਰਨੇ ਨੂੰ ਰੋਕਿਆ ਗਿਆ ਸੀ ਉਹ ਵੀ ਐਸੀ ਇਹੀ ਮਾਮਲਾ ਸੀ? हाँ जी हाँ। देखिए, बात ऐसे है कि 66/12 जो केस है सनलाइट कॉलोनी थाना में रजिस्टर हुआ था। पहले ये केस जो था इकनॉमिक दिल्ली पुलिस ने किया था, उसके बाद हमने जो इकनॉमिक विंग था उसके पास चला गया। अब जब इकनॉमिक विंग को पता चला, जब हमने सिफारिश की कोर्ट में कि इस केस को क्राइम ब्रांच से करवाया जाए, तो अब क्राइम ब्रांच के पास ये केस जो है फिर वहाँ चला गया सकेत कोर्ट में, और उसमें चार्जशीट जो है वो सारी गवाह हो चुकी है। दिल्ली गुरुद्वारा कमेटी से भी सारे गवाह जो भुगत चुके हैं। कोरोना की वजह से वहाँ पे वो जो है कोर्ट जो है नहीं चल रही। आने वाले दिनों में कोर्ट सितंबर में वो चालू हो जाएगी। और मैं आपको विश्वास दिलाता हूँ, ये जो चोर और डाकू जो दोनों जो माफ़ी मांगते हैं, आज 6 साल मंजीत सिंह जी के प्रधान रहा, उस टाइम हॉस्पिटल में मैं कहता रहा भाई अस्पताल चालू करवाओ चालू करवाओ, कहता करता हूँ। क्यों ये क्यों करता रहा? ये दोनों चोर और डाकू आपस में अंदर से मिले हुए थे। आज ये डाकू जो संगत के सामने आ गए हैं दोनों। और एक बात मैं स्पष्ट बता दूं आपको, हर कीमत पे ये परमजीत सिंह सरना जो है अंदर जाएगा। और जो डाकू हैं जिनके खिलाफ केस जो है
कोर्ट में चल रहे हैं वो भी जाएंगे। संगत को पता चल जाएगा ये दोनों भाई चोर और डाकू जो हैं ये अब अंदर जाने वाले हैं, वो अस्पताल में जाएगा, और ये जो यहाँ दिल्ली गुरुद्वारा कमेटी में ठगी मारी उसमें जाएगा। वाहिगुरु जी का खालसा, वाहिगुरु जी की फतेह। बोले सो निहाल।